साई करुणा सिंधु है, वैभव का आगार। नारायण नर में बसे, कलयुग के अवतार। ज्ञान गगन के सूर्य तुम, पावन गंगा धार। शरणागत जो हो गया, उसकी नैया पार। श्री साईं दी शोभा। अध्याय 7। हे साईनाथ, तुहाडी जय होवे। तुसी पतितां नूं भी पवित्र करदे हो। तुसी सारिਆਂ ਲਈ किरपा ते करुणा दर्शाउंदे हो। तुहाडी पनाह विच आके सारे बेफिक्रे हो जांदे हन। भाव उन्हां नूं ना तां दुखां दी छाया डराउंदी है ਅਤੇ ना जन्म मौत दे क्रम दा डर सताउंदा है। हे साईनाथ, तुहाडे प्यार दी निग नाल भव सागर दा बंधन कटिया जांदा है। तुहाडे पवित्र चरणां विच मैं अपना सिर रखदा हां। मैं समर्पित भाव नाल तुहाडी शरण हमेशा लई स्वीकार करदा हां। हे साईनाथ, तुसी मनुखी चोले विच स्थित परमेश्वर हो। तुसी नर देव विच स्थित नारायण हो। तुसी ज्ञान रूपी गगन दे सूरज हो। तुसी दया दे सागर ते किरपा दे सिंधु हो। तुसी भव सागर दे चक्कर जाने दुनियावी आवागमन दी बीमारी तो मुक्ति दिवाउण वाली अचूक दवाई हो। हे साईनाथ, तुसी गरीबां, पापियां अते दबे दलितां लई चिंतामणी रतन हो। तुसी शरण विच आए भगतां दे मन नूं शुद्ध ते निर्मल करन वाली गंगा दी पवित्र धारा हो। तुसी सागर विच डुबदे आदमी लई किश्ती हो। जिसदा कोई सहारा नहीं, तुसी उसदा सहारा हो। तुसी बेसहारियां दा सहारा हो। जिसनूं संसार ने ठुकरा दिता, उसनूं गले लगाउण वाले इक्को एक तुसी ही हो। हे साईनाथ, तुसी इस जगत दी शुरुआत दे मूल कारण हो। तुसी सुंदर, उज्जवल ते शुद्ध चैतन्य हो। करुणा दे अक्षय स्रोत भी तुसी ही हो। ये चल अचल संसार तुहाडियां अखां दे इशारे नाल ही चलदा है। समूचा ब्रह्मंड तुहाडी ही अनोखी लीला है। हे साईनाथ, तुसी जन्म तो रहित हो। मौत दा भी तुहाडे उपर असर नहीं हुंदा। तुहाडे बारे डूंघाई नाल चिंतन करन वाले अते तुहाडे भेद नूं समझण वाले अखीर विच ਇਹ ਸਿੱਟਾ ਕੱਢਦੇ ਹਨ ਕਿ ਤੁਸੀਂ ਜਨਮ ਤੇ ਮੌਤ ਤੋਂ ਪਰੇ ਹੋ। ਅਜਿਹੀ ਹੋਂਦ ਈਸ਼ਵਰ ਦੀ ਹੁੰਦੀ ਹੈ ਜਿਹੜੀ ਤੁਹਾਡੇ ਵਿੱਚ ਹੈ। ਜਨਮ ਤੇ ਮੌਤ ਇਸ ਭਵਸਾਗਰ ਦੇ ਬੰਧਨ ਦੇ ਕ੍ਰਮ ਦਾ ਕਾਰਨ ਅਗਿਆਨਤਾ ਹੈ ਅਤੇ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਤੁਸੀਂ ਜਨਮ ਤੇ ਮੌਤ ਦੇ ਦੋਹਾਂ ਕਿਨਾਰਿਆਂ ਤੋਂ ਇਸ ਦੇ ਚੱਕਰ ਤੋਂ ਵੱਖਰੇ ਹੋ। ਭਾਵ ਤੁਹਾਡੇ ਵਿੱਚ ਅਗਿਆਨ ਦਾ ਜ਼ਰਾ ਜਿੰਨਾ ਵੀ ਅੰਸ਼ ਨਹੀਂ। ਤੁਸੀਂ ਪੂਰੀ ਤਰ੍ਹਾਂ ਗਿਆਨੀ ਭਰਪੂਰ ਹੋ। ਤੁਸੀਂ ਗਿਆਨ ਦਾ ਭੰਡਾਰ ਹੋ। ਤੁਸੀਂ ਗਿਆਨ ਦੇ ਪ੍ਰਕਾਸ਼ ਸਤੰਭ ਹੋ। ਪਾਣੀ ਝਰਨੇ ਤੋਂ ਪ੍ਰਗਟ ਹੁੰਦਾ ਹੈ ਕਿ ਪਾਣੀ ਦੇ ਨਿਕਲਣ ਦੀ ਜਗ੍ਹਾ ਉਹੀ ਹੁੰਦੀ ਹੈ? ਨਹੀਂ, ਅਕਸ਼ੇ ਸਰੋਤ ਕਿਤੇ ਨਾ ਕਿਤੇ ਤਾਂ ਜ਼ਰੂਰ ਹੈ। ਇੱਕ ਹੋਂਦ ਹੈ ਜਿਹੜੀ ਲਗਾਤਾਰ ਭਰਪੂਰ ਪਾਣੀ ਦਿੰਦੀ ਹੈ, ਜਿਹੜੀ ਕਦੀ ਖਾਲੀ ਨਹੀਂ ਹੁੰਦੀ, ਜਿਹੜੀ ਆਦਿ ਕਾਲ ਤੋਂ ਅਵਿਨਾਸ਼ੀ ਹੈ, ਆਪਣੇ ਆਪ ਵਿੱਚ ਪੂਰਨ ਹੈ। ਉਸ ਦੇ ਕਾਰਨ ਹੀ ਝਰਨੇ ਵਿੱਚ ਜਲ ਸਰੋਤ ਦਾ ਸੰਚਾਰ ਹੁੰਦਾ ਹੈ। ਹੋਂਦ ਦੇ ਅਵਿਨਾਸ਼ੀ ਜਲ ਨਾਲ ਝਰਨੇ ਵਿੱਚ ਗਤੀਸ਼ੀਲਤਾ ਹੈ। ਮਨੁੱਖ ਦਾ ਸਰੀਰ ਝਰਨੇ ਵਾਂਗ ਹੈ। ਇਸ ਅੰਦਰ ਪਰਮਾਤਮਾ ਵੱਲੋਂ ਦਿੱਤੀ ਗਈ
ਚੇਤਨ ਊਰਜਾ ਜਾਣੇ ਪ੍ਰਾਣ ਊਰਜਾ ਦਾ ਸ਼ੁੱਧ ਜਲ ਹੈ। ਸੰਸਾਰ ਵਿੱਚ ਅਨੇਕਾਂ ਥਾਵਾਂ ਤੇ ਜਿਸ ਤਰ੍ਹਾਂ ਅਣਗਿਣਤ ਝਰਨੇ ਹਨ, ਉਸੇ ਤਰ੍ਹਾਂ ਇਸ ਜਗਤ ਵਿੱਚ ਲੱਖਾਂ ਕਰੋੜਾਂ ਇਨਸਾਨ ਅਤੇ ਪ੍ਰਾਣੀ ਮੌਜੂਦ ਹਨ। ਇਹਨਾਂ ਸਾਰਿਆਂ ਅੰਦਰ ਜਿਹੜੀ ਚੇਤਨ ਊਰਜਾ ਹੈ, ਜਿਸ ਦੇ ਕਾਰਨ ਉਸ ਦੀ ਸੱਤਾ ਹੈ, ਉਹ ਈਸ਼ਵਰ ਦਾ ਹੀ ਅੰਸ਼ ਹੈ, ਈਸ਼ਵਰ ਵੱਲੋਂ ਹੀ ਦਿੱਤਾ ਹੋਇਆ ਵਰਦਾਨ ਹੈ। ਹੇ ਸਾਈਨਾਥ, ਤੁਸੀਂ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ। ਤੁਸੀਂ ਦਇਆ ਦੇ ਜਲ ਦੇ ਸੰਪੂਰਨ ਬੱਦਲ ਹੋ। ਤੁਸੀਂ ਇੰਦਰ ਦੇ ਵਜਰ ਵਾਂਗ ਅਗਿਆਨ ਦੇ ਵਿਸ਼ਾਲ ਪਰਵਤ ਨੂੰ ਵੀ ਤੋੜ ਕੇ ਟੋਟੇ-ਟੋਟੇ ਕਰ ਸਕਦੇ ਹੋ। ਹਰੇਕ ਪ੍ਰਾਣੀ ਨੂੰ ਈਸ਼ਵਰ ਨੇ ਚੇਤਨ ਊਰਜਾ ਦਿੱਤੀ ਹੈ। ਹਰੇਕ ਪ੍ਰਾਣੀ ਵਿੱਚ ਇੱਕੋ ਜਿਹੀ ਊਰਜਾ ਹੁੰਦੀ ਹੈ। ਇਸ ਲਈ ਪ੍ਰਾਣੀ ਵਿਚਾਲੇ ਕੋਈ ਭੇਦ-ਭਾਵ ਨਹੀਂ ਹੈ। ਪ੍ਰਾਣੀਆਂ ਲਈ ਇੱਕ ਦੂਜੇ ਵਿਚਾਲੇ ਮੈਂ ਤੇ ਤੂੰ ਦੀ ਦੋਹਰੀ ਭਾਵਨਾ ਵਰਤਣਾ ਸਹੀ ਨਹੀਂ। ਬੱਦਲਾਂ ਵਿੱਚ ਜਲ ਭਰਿਆ ਰਹਿੰਦਾ ਹੈ। ਉਹ ਜਲ ਇੱਕੋ ਜਿਹਾ ਹੁੰਦਾ ਹੈ। ਧਰਤੀ ਉੱਪਰ ਆਉਣ ਤੋਂ ਬਾਅਦ ਇਹ ਅਨੇਕ ਸਰੂਪ ਧਾਰਨ ਕਰ ਲੈਂਦਾ ਹੈ। ਨਦੀ, ਝਰਨਾ, ਤਲਾਬ, ਖੂਹ, ਜਿਹੜੀ ਥਾਂ ਤੇ ਇਹ ਪਹੁੰਚਦਾ ਹੈ, ਉਸੇ ਦਾ ਸਰੂਪ ਲੈ ਲੈਂਦਾ ਹੈ। ਗੋਦਾਵਰੀ ਵਿੱਚ ਆ ਕੇ ਇਹ ਜਲ ਗੋਦਾਵਰੀ ਨਦੀ ਦਾ ਪਵਿੱਤਰ ਜਲ ਬਣ ਜਾਂਦਾ ਹੈ। ਖੂਹ ਵਿੱਚ ਡਿੱਗ ਕੇ ਇਹ ਖੂਹ ਦਾ ਪਾਣੀ ਬਣ ਜਾਂਦਾ ਹੈ। ਜਗ੍ਹਾ ਵੱਖ-ਵੱਖ ਹੋਣ ਕਾਰਨ ਖੂਹ ਦਾ ਪਾਣੀ ਉਹ ਮਾਣ ਹਾਸਲ ਨਹੀਂ ਕਰ ਪਾਉਂਦਾ ਜਿਹੜੀ ਗੋਦਾਵਰੀ ਦੇ ਪਾਣੀ ਨੂੰ ਹਾਸਲ ਹੁੰਦੀ ਹੈ। ਸੰਤ ਗੋਦਾਵਰੀ ਨਦੀ ਦੇ ਸਮਾਨ ਹਨ। ਪ੍ਰਾਣੀ ਦੇ ਸਮਾਨ ਹਨ। ਜਲ ਰੂਪੀ ਪ੍ਰਾਣੀ ਨਦੀ, ਤਾਲਾਬ, ਝੀਲ, ਝਰਨਾ, ਖੂਹ ਜਿਸ ਸਥਾਨ ਤੇ ਪੁੱਜਦਾ ਹੈ, ਉਸ ਦਾ ਸਰੂਪ ਲੈ ਲੈਂਦਾ ਹੈ। ਉਹ ਜਿਹਾ ਹੀ ਬਣ ਜਾਂਦਾ ਹੈ। ਪ੍ਰਾਣੀ ਦੇ ਸੁਭਾਅ ਕਾਰਨ ਪ੍ਰਾਣੀ ਵਿੱਚ ਵਖਰੇਵਾ ਹੈ। ਵਰਤਮਾਨ ਸਦੀ ਵਿੱਚ ਜਾਣੇ 19ਵੀਂ ਸਦੀ ਵਿੱਚ ਪਵਿੱਤਰ ਗੋਦਾਵਰੀ ਨਦੀ ਦੇ ਕਿਨਾਰੇ ਤੇ ਕਲਯੁਗ ਵਿੱਚ ਭਗਤੀ ਦੀ ਇੱਕ ਤੇਜ਼ ਧਾਰਾ ਆਈ, ਜਿਸ ਵਿੱਚ ਈਸ਼ਵਰ ਨੇ ਅਵਤਾਰ ਧਾਰਿਆ। ਉਹਨਾਂ ਨੂੰ ਅਸੀਂ ਸ਼੍ਰੀ ਸਾਈਨਾਥ ਮਹਾਰਾਜ ਦੇ ਨਾਂ ਨਾਲ ਜਾਣਦੇ ਹਾਂ। ਹੇ ਸਾਈਨਾਥ, ਤੁਹਾਡੇ ਦਿਵਯ ਚਰਨਾਂ ਵਿੱਚ ਮੈਂ ਬੰਦਗੀ ਕਰਦਾ ਹਾਂ। ਤੁਸੀਂ ਮਹਾਨ ਹੋ, ਮੈਂ ਮਾਮੂਲੀ ਜਿਹਾ ਹਾਂ। ਤੁਸੀਂ ਸਮੁੱਚੇ ਗੁਣਾਂ ਦੇ ਸਾਗਰ ਹੋ, ਮੈਂ ਅਨੇਕਾਂ ਔਗੁਣਾਂ ਨਾਲ ਭਰਿਆ ਹਾਂ। ਹੇ ਮਹਾਰਾਜ, ਮੇਰੇ ਔਗੁਣਾਂ ਤੇ ਮੇਰੀਆਂ ਕਮੀਆਂ ਤੇ ਤੁਸੀਂ ਧਿਆਨ ਨਾ ਦੇਣਾ, ਉਹਨਾਂ ਨੂੰ ਨਜ਼ਰਅੰਦਾਜ਼ ਕਰ ਦੇਣਾ। ਹੇ ਸਾਈਨਾਥ, ਮੈਂ ਦੀਨਹੀਨ ਤੇ ਅਗਿਆਨੀ ਹਾਂ। ਮੈਂ ਪਾਪੀਆਂ ਵਿੱਚ ਮਹਾਪਾਪੀ ਹਾਂ। ਮੈਂ ਕੁਲਕਸ਼ਣਾ ਨਾਲ ਯੁਕਤ ਜਾਣੇ ਕਪਟੀ, ਕਾਮੀ, ਗੁੱਸੇਖੋਰ, ਹੰਕਾਰੀ, ਲਾਲਚੀ, ਚਾਲਬਾਜ਼ੀ ਨਾਲ ਭਰਿਆ ਹਾਂ। ਤੁਸੀਂ ਦਰ ਤੇ ਆਏ ਹੋਏ ਨੂੰ ਕਦੇ ਨਹੀਂ ਠੁਕਰਾਉਂਦੇ। ਤੁਸੀਂ ਮੈਨੂੰ ਵੀ ਕਦੀ ਨਾ ਠੁਕਰਾਇਓ। ਹੇ ਸਾਈਨਾਥ, ਤੁਸੀਂ ਪਾਰਸ ਪੱਥਰ ਵਰਗੇ ਹੋ। ਤੁਸੀਂ ਮੇਰੇ ਵਰਗੇ ਪਤਿਤ ਲੋਹੇ ਨੂੰ ਵੀ ਆਪਣੀ ਦਿਵਯ ਛੋਹ ਨਾਲ ਸਾਰੇ ਵਿਕਾਰਾਂ ਤੋਂ ਮੁਕਤ ਕਰਕੇ ਸੋਨਾ ਬਣਾ ਸਕਦੇ ਹੋ। ਤੁਸੀਂ ਗੋਦਾਵਰੀ ਦੀ ਜਲ ਧਾਰਾ ਹੋ। ਗੋਦਾਵਰੀ ਦਾ ਪਾਣੀ ਛੋਟੇ ਪਿੰਡਾਂ, ਲੇਡੀ ਬਾਗਾਂ ਤੇ ਛੋਟੇ ਪਾਣੀ ਦੇ ਭੰਡਾਰਾਂ ਨੂੰ ਵੀ ਪਵਿੱਤਰ ਕਰਦਾ ਜਾਂਦਾ ਹੈ। ਫੇਰ ਭਲਾ ਤੁਸੀਂ ਮੇਰੀ ਅਣਦੇਖੀ ਕਿਵੇਂ ਕਰ ਸਕਦੇ ਹੋ? ਫਿਰ ਤੁਸੀਂ ਮੈਨੂੰ ਨਜ਼ਰਅੰਦਾਜ਼ ਕਿਵੇਂ ਕਰ ਸਕਦੇ ਹੋ? ਹੇ ਸਾਈਨਾਥ, ਮੇਰੇ ਅੰਦਰ ਦੋਸ਼ ਹੀ ਦੋਸ਼ ਹਨ। ਮੈਂ ਔਗੁਣਾਂ ਦੀ ਖਾਨ ਹਾਂ। ਤੁਸੀਂ ਦੋਸ਼ਾਂ ਤੇ ਵਿਕਾਰਾਂ ਦਾ ਨਾਸ਼ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹੋ। ਬਸ ਇਸ ਦੇ ਲਈ ਤੁਹਾਡੀ ਸਿਰਫ ਇੱਕ ਮਿਹਰ ਭਰੀ ਨਜ਼ਰ ਹੀ ਕਾਫੀ ਹੈ। ਤੁਸੀਂ ਨਾਥ ਹੋ, ਮੈਂ ਤੁਹਾਡਾ ਦਾਸ ਹਾਂ। ਇੱਕ ਦਾਸ ਤੁਹਾਡੇ ਤੋਂ ਹਮੇਸ਼ਾ ਮਿਹਰ ਭਰੀ ਨਜ਼ਰ ਬਣਾਈ ਰੱਖਣ ਦੀ ਬੇਨਤੀ ਕਰਦਾ ਹੈ। ਛੋਟਾ ਬੱਚਾ
ਨਾ ਸਮਝੀ ਜਾਣੇ ਅਗਿਆਨ ਕਾਰਨ ਵਾਰ-ਵਾਰ ਛੋਟੀਆਂ-ਛੋਟੀਆਂ ਗਲਤੀਆਂ ਤੇ ਭੁੱਲਾਂ ਕਰਦਾ ਹੈ। ਮਾਂ ਨੂੰ ਬੱਚੇ ਦੀਆਂ ਗਲਤੀਆਂ ਦੀ ਜਾਣਕਾਰੀ ਹੁੰਦੀ ਹੈ, ਪਰੰਤੂ ਫੇਰ ਵੀ ਉਹ ਆਪਣੇ ਬੱਚੇ ਤੇ ਰੋਸ ਨਹੀਂ ਕਰਦੀ, ਉਸ ਤੇ ਕਦੇ ਗੁੱਸਾ ਨਹੀਂ ਹੁੰਦੀ। हे ਸਾਈਨਾਥ, ਅਸੀਂ ਸਾਰੇ ਤੁਹਾਡੀ ਔਲਾਦ ਹਾਂ। ਅਸੀਂ ਅਗਿਆਨਤਾ ਕਾਰਨ ਭੁੱਲਾਂ ਕਰਦੇ ਰਹਿੰਦੇ ਹਾਂ। ਤੁਸੀਂ ਕਰੁਣਾਮਈ ਮਨ ਵਾਲੀ ਮਾਂ ਹੋ। ਤੁਸੀਂ ਸਾਡੇ ਤੇ ਕਦੀ ਰੋਸਾ ਨਾ ਕਰਿਓ, ਕਦੀ ਗੁੱਸਾ ਨਾ ਕਰਿਓ। ਜਾਣੇ ਅਣਜਾਣੇ ਵਿੱਚ ਸਾਡੇ ਤੋਂ ਹੋਈਆਂ ਗਲਤੀਆਂ ਨੂੰ ਮਾਫ ਕਰਿਓ ਅਤੇ ਹਮੇਸ਼ਾ ਸਾਨੂੰ ਆਪਣੀ ਮਿਹਰ ਹੇਠ ਰੱਖਿਓ। हे ਸਤਿਗੁਰੂ ਸਾਈਨਾਥ, ਤੁਸੀਂ ਇਸ ਜਗਤ ਵਿੱਚ ਤਾਰਨਹਾਰ ਵਾਂਗ ਹੋ। ਤੁਸੀਂ ਲੋਕਾਂ ਦੀਆਂ ਭੌਤਿਕ ਤੇ ਅਧਿਆਤਮਿਕ ਇੱਛਾਵਾਂ ਪੂਰੀਆਂ ਕਰਦੇ ਹੋ। हे ਨਾਥ, ਇਸ ਸੰਸਾਰ ਸਾਗਰ ਦੀਆਂ ਤੇਜ਼ ਲਹਿਰਾਂ ਵਿਚਾਲੇ ਮੇਰੀ ਜ਼ਿੰਦਗੀ ਦੀ ਕਿਸ਼ਤੀ ਡੋਲ ਰਹੀ ਹੈ। ਤੁਸੀਂ ਇੱਕੋ ਇੱਕ ਅਜਿਹੀ ਪਤਵਾਰ ਹੋ ਜਿਹੜੀ ਬਿਨਾਂ ਸ਼ੱਕ ਕਿਸ਼ਤੀ ਨੂੰ ਸਾਗਰ ਦੇ ਉਸ ਪਾਰ ਲਿਜਾਣ ਵਿੱਚ ਸਮਰੱਥ ਹੈ। ਤੁਸੀਂ ਮੇਰੀ ਜ਼ਿੰਦਗੀ ਦੀ ਕਿਸ਼ਤੀ ਨੂੰ ਸੰਸਾਰ ਸਾਗਰ ਦੇ ਉਸ ਪਾਰ ਲੈ ਜਾਓ। ਤੁਸੀਂ ਭਵ ਸਾਗਰ ਦੇ ਚੱਕਰ ਤੋਂ ਮੈਨੂੰ ਪਾਰ ਲੰਘਾਓ। हे ਤਾਰਨਹਾਰ, ਤੁਸੀਂ ਮੇਰੀ ਇਹ ਇੱਛਾ ਪੂਰੀ ਕਰੋ। हे ਸਾਈਨਾਥ, ਤੁਸੀਂ ਕਾਮਧੇਨੂ ਹੋ। ਤੁਸੀਂ ਭਗਤਾਂ ਨੂੰ ਹਰ ਸਮੇਂ ਦੁੱਧ ਰੂਪੀ ਅੰਮ੍ਰਿਤ ਪਿਆਉਣ ਲਈ ਤਿਆਰ ਹੋ। हे ਸਾਈਨਾਥ, ਤੁਸੀਂ ਸਾਡੀਆਂ ਇੱਛਾਵਾਂ ਪੂਰੀਆਂ ਕਰਨ ਵਾਲੇ ਹੋ। ਤੁਹਾਨੂੰ ਮਨ ਵਿੱਚ ਧਾਰਨ ਕਰਨ ਵਾਲਾ ਭਗਤ ਸਾਰੀਆਂ ਚਿੰਤਾਵਾਂ ਤੋਂ ਮੁਕਤ ਹੋ ਜਾਂਦਾ ਹੈ। हे ਸਾਈਨਾਥ, ਤੁਸੀਂ ਗਿਆਨ ਗਗਨ ਦੇ ਦਿਵਯ ਸੂਰਜ ਹੋ। ਤੁਹਾਡੇ ਗਿਆਨ ਪੁੰਜ ਦੀ ਇੱਕ ਕਿਰਨ ਪਾ ਕੇ ਹੀ ਭਗਤ ਦੇ ਅਗਿਆਨ ਦਾ ਹਨੇਰਾ ਦੂਰ ਹੋਣ ਲੱਗਦਾ ਹੈ। हे ਸਾਈਨਾਥ, ਤੁਸੀਂ ਗੁਣਾਂ ਦੀ ਖਾਨ ਹੋ। ਤੁਹਾਡੀ ਖਾਨ ਦਾ ਇੱਕ ਅੱਧਾ ਅਨਮੋਲ ਰਤਨ ਮਿਲਦਿਆਂ ਹੀ ਭਗਤ ਦਾ ਨੈਤਿਕ ਤੇ ਅਧਿਆਤਮਿਕ ਉद्धार ਸ਼ੁਰੂ ਹੋ ਜਾਂਦਾ ਹੈ। हे ਸਾਈਨਾਥ, ਤੁਸੀਂ ਸਰਵ ਮੰਗਲਕਾਰੀ ਹੋ, ਸਾਰਿਆਂ ਲਈ ਕਲਿਆਣਕਾਰੀ ਹੋ। ਤੁਸੀਂ ਸਾਖਸ਼ਾਤ ਸਵਰਗ ਦੀ ਪੌੜੀ ਹੋ। हे ਸਾਈਨਾਥ, ਤੁਸੀਂ ਪੁੰਨ ਦੇ ਨਿਧਾਨ ਹੋ। ਤੁਹਾਡੇ ਸੰਪਰਕ ਵਿੱਚ ਆਉਂਦੇ ਹੀ ਭਗਤ ਦਾ ਮਨ ਪਵਿੱਤਰ ਹੋਣ ਲੱਗਦਾ ਹੈ ਅਤੇ ਉਹ ਆਪਣੇ ਲਈ ਪੁੰਨ ਕਮਾਉਣ ਲੱਗਦਾ ਹੈ। हे ਸਾਈਨਾਥ, ਤੁਸੀਂ ਸ਼ਾਂਤੀ ਦੀ ਸਥਿਰ ਤੇ ਠੋਸ ਮੂਰਤੀ ਹੋ। ਤੁਸੀਂ ਆਪਣੇ ਭਗਤਾਂ ਦੇ ਅਸ਼ਾਂਤ ਮਨ ਨੂੰ ਸ਼ਾਂਤ ਕਰਦੇ ਹੋ ਅਤੇ ਫਿਰ ਭਗਤ ਆਪਣੇ ਮਨ ਵਿੱਚ ਅਨੋਖਾ ਆਨੰਦ ਮਹਿਸੂਸ ਕਰਦਾ ਹੈ। ਭਗਤ ਦੇ ਅਸ਼ਾਂਤ ਮਨ ਤੇ ਤੁਸੀਂ ਸ਼ਾਂਤੀ ਦੇ ਬੱਦਲ ਬਣ ਕੇ ਵਰਸਦੇ ਹੋ ਅਤੇ ਆਨੰਦ ਦੀ ਠੰਡਕ ਦਿੰਦੇ ਹੋ। हे ਸਾਈਨਾਥ, ਤੁਸੀਂ ਪੂਰਨ ਬ੍ਰਹਮ ਹੋ ਅਤੇ ਸਾਰਿਆਂ ਦੇ ਦਿਲ ਵਿੱਚ ਤੁਹਾਡਾ ਹੀ ਅੰਸ਼ ਸਮਾਇਆ ਹੋਇਆ ਹੈ। ਸਾਰਿਆਂ ਦੇ ਮਨ ਵਿੱਚ ਤੁਸੀਂ ਮੌਜੂਦ ਹੋ। ਤੁਸੀਂ ਵਿਸ਼ਾਲ ਸਾਗਰ ਹੋ ਅਤੇ ਸਾਰੇ ਜੀਵ ਸਾਗਰ ਦੀ ਇੱਕ ਬੂੰਦ ਹਨ। ਸਾਗਰ ਦਾ ਅਥਾਹ ਜਲ ਸਰੋਤ ਅਤੇ ਸਾਗਰ ਦੇ ਪਾਣੀ ਦੀ ਇੱਕ ਬੂੰਦ ਵਿੱਚ ਕੋਈ ਫਰਕ ਨਹੀਂ ਹੈ। ਤੁਹਾਡੀ ਹੋਂਦ ਅਸੀਮਤ ਹੈ, ਸਾਡੀ ਹੋਂਦ ਸੀਮਿਤ ਹੈ। ਤੁਹਾਡੀ ਵਿਸ਼ਾਲ ਸੱਤਾ ਦਾ ਆਕਾਰ ਕੋਈ ਮਾਪ ਨਹੀਂ ਸਕਦਾ। ਇਹ ਨਿਰਾਕਾਰ ਹੈ। ਸਾਡੀ ਤੁੱਛ ਜਿਹੀ ਸੱਤਾ ਕਾਗਜ਼ ਦੇ ਹਾਸ਼ੀਏ ਤੇ ਨਾਮ ਮਾਤਰ ਦਿਸਣ ਵਾਲੇ ਇੱਕ ਬਿੰਦੂ ਦੇ ਬਰਾਬਰ ਹੈ। हे ਸਾਈਨਾਥ, ਤੁਸੀਂ ਗਿਆਨ ਦੇ ਸੂਰਜ ਹੋ। ਤੁਸੀਂ ਗਿਆਨ ਦੀਆਂ ਕਿਰਨਾਂ ਮੁਫਤ ਵੰਡਦੇ ਹੋ। ਅਸੀਂ ਸਾਰੇ ਅਗਿਆਨੀ ਹਾਂ। ਤੁਹਾਡੇ ਗਿਆਨ ਦੀਆਂ ਤੇਜ਼ ਕਿਰਨਾਂ ਸਹਿਜਤਾ ਨਾਲ ਹਾਸਲ ਕਰਕੇ ਵੀ ਅਸੀਂ ਆਪਣੇ ਮਨ ਦਾ ਹਨੇਰਾ ਪੂਰੀ ਤਰ੍ਹਾਂ ਦੂਰ ਨਹੀਂ ਕਰ ਪਾਉਂਦੇ। हे ਸਾਈਨਾਥ, ਤੁਸੀਂ ਈਸ਼ਵਰ ਦੇ ਅਵਤਾਰ ਹੋ। ਤੁਸੀਂ ਸਮੂਚੇ ਗਿਆਨ ਵਿਗਿਆਨ ਦੇ ਭੰਡਾਰ ਹੋ। ਤੁਹਾਡਾ ਗਿਆਨ ਤੁਹਾਡੇ ਆਪਣੇ ਸੁਖ ਲਈ ਨਹੀਂ, ਇਹ ਸਾਰਿਆਂ ਦੇ ਹਿੱਤ ਵਿੱਚ ਹੈ।
ਤੁਸੀਂ ਆਮ ਲੋਕਾਂ ਵਾਂਗ ਮਨੁੱਖ ਦਾ ਰੂਪ ਧਾਰਨ ਕੀਤਾ ਹੈ, ਪਰੰਤੂ ਤੁਸੀਂ ਨਰੋਤਮ ਹੋ, ਪੁਰਸ਼ੋਤਮ ਹੋ। ਹੇ ਸਾਈਨਾਥ, ਤੁਸੀਂ ਮਾਫੀ ਤੇ ਸ਼ਾਂਤੀ ਦੇ ਨਿਵਾਸ ਧਾਮ ਹੋ। ਤੁਹਾਡੀ ਪਨਾਹ ਵਿੱਚ ਆਉਣ ਤੇ ਤੁਸੀਂ ਪਾਪੀ, ਦੋਸ਼ੀ, ਅਪਰਾਧੀ ਨੂੰ ਵੀ ਮਾਫ ਕਰਦੇ ਹੋ ਤੇ ਉਸ ਨੂੰ ਸਹੀ ਰਾਹ ਤੇ ਤੋਰਦੇ ਹੋ। ਤੁਹਾਡੀ ਸ਼ਰਨ ਵਿੱਚ ਆਉਣ ਤੇ ਅਸ਼ਾਂਤ ਤੇ ਬੇਚੈਨ ਮਨ ਵੀ ਸ਼ਾਂਤੀ ਹਾਸਲ ਕਰਕੇ ਸੰਤੁਸ਼ਟ ਹੁੰਦਾ ਹੈ ਅਤੇ ਉਸ ਨੂੰ ਚੈਨ ਤੇ ਸਕੂਨ ਮਿਲਦਾ ਹੈ। ਹੇ ਸਾਈਨਾਥ, ਤੁਸੀਂ ਭਗਤਾਂ ਦੇ ਪਰਮ ਵਿਸ਼ਰਾਮ ਧਾਮ ਹੋ। ਨਾਲ ਹੀ ਜਿਹੜੇ ਭਗਤ ਨਹੀਂ ਵੀ ਹੁੰਦੇ, ਉਹਨਾਂ ਨੂੰ ਵੀ ਖਿੱਚ ਕੇ ਆਪਣੇ ਵਿਸ਼ਰਾਮ ਧਾਮ ਵਿੱਚ ਲੈ ਆਉਂਦੇ ਹੋ। ਹੇ ਸਾਈਨਾਥ, ਤੁਸੀਂ ਮੇਰੇ ਵਰਗੇ ਮੂਰਖ ਤੇ ਵੀ ਆਪਣਾ ਮਿਹਰ ਭਰਿਆ ਹੱਥ ਰੱਖਿਓ ਅਤੇ ਮੇਰੇ ਵਰਗੇ ਕਰੋੜਾਂ ਲੋਕਾਂ ਨੂੰ ਵੀ ਆਪਣੀ ਮਿਹਰ ਦਾ ਅੰਸ਼ ਦੇ ਕੇ ਸਹੀ ਰਸਤੇ ਤੇ ਚਲਾਓ। ਹੇ ਸਾਈਨਾਥ, ਤੁਸੀਂ ਵਰਤਮਾਨ ਸਮੇਂ ਵਿੱਚ ਇਸ ਕਲਯੁਗ ਵਿੱਚ ਅਵਤਾਰ ਧਾਰਨ ਕੀਤਾ ਹੈ। ਇਸ ਲਈ ਇਸ ਯੁੱਗ ਵਿੱਚ ਤੁਹਾਡੇ ਸਰੂਪ ਨੂੰ ਸਮਝ ਸਕਣਾ ਆਮ ਲੋਕਾਂ ਲਈ ਔਖਾ ਹੈ। ਤੁਸੀਂ ਨਾਮ, ਜਾਤੀ, ਵਰਗ, ਵਰਣ ਤੋਂ ਉੱਪਰ ਹੋ। ਅੱਜ ਤੱਕ ਕੋਈ ਤੁਹਾਡੇ ਜਨਮ ਤੇ ਦੁਨਿਆਵੀ ਪਛਾਣ ਬਾਰੇ ਜਾਣ ਨਹੀਂ ਸਕਿਆ। ਅਜਿਹੀ ਕੋਈ ਪਛਾਣ ਹੁੰਦੀ ਤਾਂ ਹੀ ਤਾਂ ਕੋਈ ਜਾਣ ਪਾਉਂਦਾ। ਤੁਸੀਂ ਅਜਨਮੇ ਹੋ, ਯਕੀਨੀ ਤੌਰ ਤੇ ਤੁਸੀਂ ਈਸ਼ਵਰ ਸਰੂਪ ਹੋ। ਹੇ ਸਾਈਨਾਥ, ਤੁਸੀਂ ਈਸ਼ਵਰ ਸਰੂਪ ਹੋ। ਅਲੱਗ-ਅਲੱਗ ਰੂਪ ਵਿੱਚ, ਅਲੱਗ-ਅਲੱਗ ਯੁੱਗਾਂ ਵਿੱਚ ਈਸ਼ਵਰ ਦਾ ਜਦੋਂ ਧਰਤੀ ਤੇ ਅਵਤਾਰ ਹੁੰਦਾ ਹੈ ਤਾਂ ਦੁਨੀਆ ਦੇ ਲੋਕ ਉਹਨਾਂ ਨੂੰ ਆਪਣੀ ਮਾਨਸਿਕ ਚੇਤਨਾ ਅਨੁਸਾਰ ਕੋਈ ਨਾ ਕੋਈ ਨਾਂ ਜ਼ਰੂਰ ਦਿੰਦੇ ਹਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਨਾਮ ਜਾਣੇ ਨਾਂ ਰਾਹੀਂ ਉਹਨਾਂ ਨੂੰ ਜਾਣਿਆ ਜਾ ਸਕੇ। ਇਸ ਲਈ ਲੋਕਾਂ ਨੇ ਤੁਹਾਡੇ ਲਈ ਜਿਹੜਾ ਨਾਂ ਢੁਕਵਾਂ ਲੱਗਾ, ਉਹੀ ਉਹਨਾਂ ਨੇ ਗ੍ਰਹਿਣ ਕਰ ਲਿਆ ਅਤੇ ਤੁਹਾਡਾ ਉਹੀ ਨਾਮ ਰੱਖਿਆ ਗਿਆ। ਇਸ ਕਲਯੁਗ ਵਿੱਚ ਈਸ਼ਵਰ ਦੇ ਅਵਤਾਰ ਦੇ ਰੂਪ ਵਿੱਚ ਤੁਹਾਨੂੰ ਸਤਿਗੁਰੂ ਸ਼੍ਰੀ ਸਾਈਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹੇ ਸਾਈਨਾਥ, ਤੁਹਾਡੀ ਸਥਿਤੀ ਬ੍ਰਹਮਾ ਦੀ ਸਥਿਤੀ ਵਰਗੀ ਹੈ। ਤੁਸੀਂ ਪੱਕਾ ਬ੍ਰਹਮਾ ਹੀ ਹੋ। ਤੁਸੀਂ ਜਾਤੀ, ਗੋਤਰ, ਵਰਣ, ਵਰਗ ਦੀ ਹੱਦ ਵਿੱਚ ਨਹੀਂ। ਤੁਸੀਂ ਅਨੰਤ ਹੋ। ਤੁਸੀਂ ਗੁਰੂਆਂ ਵਿੱਚ ਸਰਵਸ਼੍ਰੇਸ਼ਠ ਹੋ। ਗਿਆਨ ਦੀ ਪੂਰਨ ਮੂਰਤੀ ਹੋ। ਸਾਖਸ਼ਾਤ ਗੁਰੂ ਮੂਰਤੀ ਹੋ। ਯਕੀਨੀ ਤੌਰ ਤੇ ਤੁਸੀਂ ਬ੍ਰਹਮੰਡ ਦੇ ਰਚਨਹਾਰੇ ਹੋ, ਜਗਤ ਦੇ ਆਦਿ ਕਾਰਨ ਹੋ। ਹੇ ਸਾਈਨਾਥ, ਇਸ ਧਰਤੀ ਤੇ ਤੁਹਾਡੇ ਅਵਤਾਰ ਦਾ ਇੱਕ ਖਾਸ ਉਦੇਸ਼ ਹੈ। ਅਵਤਾਰ ਅਨਾਚਾਰ ਮਿਟਾਉਂਦਾ ਹੈ, ਭੇਦ-ਭਾਵ ਦੂਰ ਕਰਦਾ ਹੈ। ਤੁਹਾਡੇ ਅਵਤਾਰ ਧਾਰਨ ਸਮੇਂ ਭਾਰਤ ਦੀ ਧਰਤੀ ਤੇ ਜਾਤ-ਪਾਤ ਦਾ ਜ਼ਹਿਰ ਪੂਰੀ ਤਰ੍ਹਾਂ ਘੁਲਿਆ ਹੋਇਆ ਸੀ। ਹਿੰਦੂ ਮੁਸਲਮਾਨ ਇੱਕ ਦੂਜੇ ਦੇ ਖਿਲਾਫ ਖੜੇ ਸਨ। ਦੋਵੇਂ ਇੱਕ ਦੂਜੇ ਦੇ ਵਿਰੋਧੀ ਸਨ। ਤੁਹਾਡੇ ਅਵਤਾਰ ਧਾਰਨ ਕਰਨ ਨਾਲ ਜਾਤੀ ਏਕਤਾ, ਭਾਈਚਾਰੇ ਤੇ ਧਾਰਮਿਕ ਸਦਭਾਵਨਾ ਦੀ ਸਫਲ ਕੋਸ਼ਿਸ਼ ਹੋਈ। ਤੁਸੀਂ ਮਸਜਿਦ ਵਿੱਚ ਰਹੇ, ਨਾਲ ਹੀ ਤੁਸੀਂ ਉੱਥੇ ਪਵਿੱਤਰ ਅਖੰਡ ਜੋਤੀ ਜਾਣੇ ਅਗਨੀ ਜਗਾਈ। ਤੁਸੀਂ ਸਮਾਜ ਨੂੰ ਲੀਲਾ ਦਿਖਾਈ ਤੇ ਤੁਹਾਡੀਆਂ ਲੀਲਾਵਾਂ ਨੇ ਸਮਾਜਿਕ ਸੁਧਾਰ, ਧਾਰਮਿਕ ਸਦਭਾਵਨਾ ਅਤੇ ਜਾਤੀ ਏਕਤਾ ਦਾ ਵੱਡਾ ਕੰਮ ਕੀਤਾ। ਹੇ ਸਾਈਨਾਥ, ਤੁਸੀਂ ਜਾਤ ਗੋਤਰ ਤੋਂ ਮੁਕਤ ਸੀ, ਜਾਣੇ ਪਾਰ ਬ੍ਰਹਮ ਸੀ। ਤਾਂ ਹੀ ਤੁਸੀਂ ਜਾਤੀ ਏਕਤਾ ਅਤੇ ਆਪਸੀ ਭਾਈਚਾਰਾ ਕਾਇਮ ਕਰਨ ਦਾ ਚੰਗਾ ਕੰਮ ਕੀਤਾ। ਤੁਸੀਂ ਸਾਖਸ਼ਾਤ ਈਸ਼ਵਰ ਦੇ ਅਵਤਾਰ ਹੋ, ਕਿਉਂਕਿ ਤੁਹਾਡੇ ਕੀਤੇ ਕੰਮ ਇਸ ਦਾ ਜਿਉਂਦਾ ਜਾਗਦਾ ਸਬੂਤ ਹਨ। ਕੋਈ ਬਹਿਸ ਕਰਦਾ ਹੈ ਤਾਂ ਕਰੇ, ਪਰੰਤੂ ਤੁਹਾਡੇ ਸਾਹਮਣੇ ਸਾਰੇ ਤਰਕ ਬੇਕਾਰ ਹੋ ਜਾਂਦੇ ਹਨ।
ਸੱਚਾਈ ਨੂੰ ਕਿਸੇ ਸਬੂਤ ਦੀ ਲੋੜ ਨਹੀਂ। ਜਿਹੜਾ ਈਸ਼ਵਰ ਦਾ ਅਵਤਾਰ ਹੈ ਉਸ ਨੂੰ ਕੋਈ ਕਿਵੇਂ ਝੂਠਾ ਸਾਬਿਤ ਕਰ ਸਕਦਾ ਹੈ? ਉਸ ਨੂੰ ਕੋਈ ਕਿਵੇਂ ਮਨਾ ਕਰ ਸਕਦਾ ਹੈ? हे ਸਾਈਨਾਥ, ਤਰਕ ਵਿਤਰਕ ਦੇ ਅਨੇਕਾਂ ਘੋੜੇ ਖਾਲੀ ਮੈਦਾਨ ਵਿੱਚ ਦੌੜਦੇ ਰਹਿੰਦੇ ਹਨ, ਪਰੰਤੂ ਕੋਚਵਾਨ ਜਾਣੇ ਘੋੜਾ ਗੱਡੀ ਚਾਲਕ ਸਾਹਮਣੇ ਉਹ ਠਿਠਕ ਜਾਂਦੇ ਹਨ। ਤੁਹਾਡੇ ਸਾਹਮਣੇ ਵੀ ਸਾਰੇ ਤਰਕ ਵਿਤਰਕ ਢਿੱਲੇ ਪੈ ਜਾਂਦੇ ਹਨ, ਕਾਫੂਰ ਹੋ ਜਾਂਦੇ ਹਨ। ਸ਼ਬਦਾਂ ਵਿੱਚ ਹੀ ਇੰਨੀ ਸ਼ਕਤੀ ਨਹੀਂ ਕਿ ਉਹ ਤੁਹਾਡੇ ਸਾਹਮਣੇ ਟਿਕ ਸਕਣ। ਫਿਰ ਤਰਕ ਵਿਤਰਕ ਦੇ ਸ਼ਬਦ ਜਾਲ ਭਲਾ ਕਿਵੇਂ ਟਿਕ ਸਕਦੇ ਹਨ? हे ਸਾਈਨਾਥ, ਮੈਂ ਤੁਹਾਡੇ ਨਾਂ ਦਾ ਗੁਣਗਾਨ ਕਰਨਾ ਚਾਹੁੰਦਾ ਹਾਂ। ਮੇਰੇ ਸ਼ਬਦ ਤੁਹਾਡਾ ਗੁਣਗਾਨ ਕਰਨ ਵਿੱਚ ਛੋਟੇ ਪੈ ਰਹੇ ਹਨ, ਅਸਮਰਥ ਹੋ ਰਹੇ ਹਨ। ਫਿਰ ਵੀ ਮੈਂ ਮੌਨ ਧਾਰਨ ਕਰਕੇ ਚੁੱਪ ਨਹੀਂ ਬੈਠ ਸਕਦਾ। ਤੁਸੀਂ ਸ਼ਬਦਾਂ ਦੇ ਭੰਡਾਰ ਹੋ, ਮਹਾਕੋਸ਼ ਹੋ। ਤੁਸੀਂ ਮੈਨੂੰ ਸ਼ਬਦਾਂ ਦਾ ਆਸ਼ੀਰਵਾਦ ਦਿਓ। ਤੁਸੀਂ ਮੇਰੇ ਵਿੱਚ ਸ਼ਬਦਾਂ ਦਾ ਸੰਚਾਰ ਕਰੋ। ਤੁਸੀਂ ਮੇਰੀ ਸ਼ਬਦੀ ਘਾਟ ਤੇ ਧਿਆਨ ਦਿੰਦਿਆਂ ਮੇਰੇ ਅੰਦਰ ਭਾਵਨਾ ਦਾ ਪ੍ਰਵਾਹ ਵਗਣ ਦਿਓ। ਸ਼ਬਦ ਇੱਕ ਮਾਧਿਅਮ ਹੈ। ਸ਼ਬਦ ਹੀ ਗੀਤ ਬਣਦੇ ਹਨ। ਗੀਤ ਰਾਹੀਂ ਹੀ ਤੁਹਾਡਾ ਗੁਣਗਾਨ ਹੋ ਸਕਦਾ ਹੈ। ਗੀਤ ਤੇ ਗੁਣਗਾਨ ਵਿੱਚ ਰਚੇ ਗਏ ਛੰਦ ਹੀ ਸਾਹਿਤ ਦਾ ਰੂਪ ਲੈ ਸਕਦੇ ਹਨ, ਜਿਸ ਦਾ ਵਿਹਾਰਕ ਜੀਵਨ ਵਿੱਚ ਲੋਕਾਂ ਦੀ ਭਲਾਈ ਲਈ ਵਿਸ਼ੇਸ਼ ਮਹੱਤਵ ਹੈ। ਇਸ ਲਈ ਤੁਸੀਂ ਮੇਰੇ ਉੱਪਰ ਸ਼ਬਦਾਂ ਦੀ ਮਿਹਰ ਕਰੋ। हे ਸਾਈਨਾਥ, ਤੁਸੀਂ ਮੈਨੂੰ ਸ਼ਬਦਾਂ ਦਾ ਦਾਨ ਦਿਓ। ਸ਼ਬਦਾਂ ਨਾਲ ਹੀ ਤੁਹਾਡੇ ਚਰਿੱਤਰ ਅਤੇ ਸਰੂਪ ਦਾ ਵਰਣਨ ਹੋ ਸਕਦਾ ਹੈ। ਮੈਂ ਇਸ ਕੰਮ ਨੂੰ ਨਿਰੰਤਰ ਕਰਦੇ ਰਹਿਣ ਵਿੱਚ ਹੀ ਧੰਨ ਹੋਵਾਂਗਾ। ਅਜਿਹਾ ਕਰਕੇ ਹੀ ਤੁਹਾਡੇ ਪ੍ਰਤੀ ਸ਼ੁਕਰਗੁਜ਼ਾਰ ਹੋ ਸਕਾਂਗਾ। ਇਸ ਲਈ ਤੁਸੀਂ ਮੇਰੇ ਤੇ ਆਪਣੀ ਮਿਹਰ ਕਰਿਓ। ਸੰਤਾਂ ਵਿੱਚ ਅਨੋਖੀ ਯੋਗਤਾ ਹੁੰਦੀ ਹੈ। ਸੰਤ ਦੇਵਤਿਆਂ ਨਾਲੋਂ ਵੀ ਜ਼ਿਆਦਾ ਸ੍ਰੇਸ਼ਟ ਹੁੰਦੇ ਹਨ। ਇਹ ਮੈਂ ਹਾਂ, ਉਹ ਹੈ। ਆਦਿ ਦਾ ਭੇਦ ਭਾਵ ਸੰਤ ਆਪਣੇ ਮਨ ਵਿੱਚ ਨਹੀਂ ਰੱਖਦੇ। ਭਗਤ ਤੇ ਅਭਗਤ ਵਿੱਚ ਉਹ ਕੋਈ ਭੇਦ ਭਾਵ ਨਹੀਂ ਕਰਦੇ। ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਰੱਖਦੇ। ਉਹਨਾਂ ਦੇ ਮਨ ਵਿੱਚ ਸਾਰਿਆਂ ਲਈ ਬਰਾਬਰ ਦੀ ਭਾਵਨਾ ਹੁੰਦੀ ਹੈ। ਦੇਵਤਾ ਰੁੱਸ ਸਕਦੇ ਹਨ, ਗੁੱਸੇ ਹੋ ਸਕਦੇ ਹਨ, ਪਰੰਤੂ ਸੰਤ ਕਦੀ ਰੁੱਸਦੇ ਨਹੀਂ, ਗੁੱਸੇ ਨਹੀਂ ਹੁੰਦੇ। हे ਸਾਈਨਾਥ, ਤੁਸੀਂ ਇੱਕ ਸਮਰੱਥ ਸੰਤ ਹੋ। ਸੰਤ ਸੂਰਜ ਦੇ ਸਮਾਨ ਹੁੰਦੇ ਹਨ। ਸੰਤ ਦੀ ਕਿਰਪਾ ਸੂਰਜ ਦੀ ਰੌਸ਼ਨੀ ਵਰਗੀ ਹੁੰਦੀ ਹੈ। ਜਿਵੇਂ ਸੂਰਜ ਸਾਰਿਆਂ ਲਈ ਹੈ, ਉਵੇਂ ਹੀ ਸੰਤ ਸਾਰਿਆਂ ਲਈ ਹਨ। ਜਿਵੇਂ ਸੂਰਜ ਹਨੇਰੇ ਨੂੰ ਦੂਰ ਕਰਦਾ ਹੈ, ਉਵੇਂ ਹੀ ਸੰਤ ਮਨ ਦੇ ਵਿਕਾਰਾਂ ਨੂੰ ਦੂਰ ਕਰਦੇ ਹਨ। ਸੰਤ ਚੰਦਰਮਾ ਵਰਗੇ ਹੁੰਦੇ ਹਨ। ਸੰਤ ਦੀ ਕਿਰਪਾ ਚੰਦਰਮਾ ਦੀ ਚਾਂਦਨੀ ਵਰਗੀ ਹੁੰਦੀ ਹੈ। ਜਿਵੇਂ ਚੰਦਰਮਾ ਤਪਦੀ ਜ਼ਮੀਨ ਨੂੰ ਠੰਡਕ ਦਿੰਦਾ ਹੈ, ਉਵੇਂ ਹੀ ਸੰਤ ਗਰਮ ਤੇ ਅਸ਼ਾਂਤ ਮਨ ਨੂੰ ਸ਼ਾਂਤ ਕਰਦੇ ਹਨ। हे ਸਾਈਨਾਥ, ਤੁਸੀਂ ਸੂਰਜ ਵੀ ਹੋ ਅਤੇ ਚੰਦਰਮਾ ਵੀ ਹੋ। ਸੰਤ ਕਸਤੂਰੀ ਵਰਗੇ ਹੁੰਦੇ ਹਨ। ਉਹਨਾਂ ਦੀ ਕਿਰਪਾ ਕਸਤੂਰੀ ਦੀ ਖੁਸ਼ਬੂ ਵਰਗੀ ਹੁੰਦੀ ਹੈ। ਜਿਵੇਂ ਖੁਸ਼ਬੂ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ, ਉਸੇ ਤਰ੍ਹਾਂ ਸੰਤ ਦੀ ਕਿਰਪਾ ਭਗਤ ਨੂੰ ਆਪਣੇ ਵੱਲ ਖਿੱਚਦੀ ਹੈ, ਪ੍ਰੇਰਿਤ ਕਰਦੀ ਹੈ। ਸੰਤ ਇਕਸ਼ੂ ਫਲ ਜਾਣੇ ਗੰਨੇ ਵਰਗੇ ਹੁੰਦੇ ਹਨ। ਉਹਨਾਂ ਦੀ ਕਿਰਪਾ ਗੰਨੇ ਦੇ ਰਸ ਵਰਗੀ ਹੁੰਦੀ ਹੈ। ਜਿਵੇਂ ਗੰਨੇ ਦਾ ਰਸ ਆਪਣੀ ਮਿਠਾਸ ਤੇ ਠੰਡਕ ਨਾਲ ਲੋਕਾਂ ਦੀ ਪਿਆਸ ਬੁਝਾ ਕੇ ਉਹਨਾਂ ਨੂੰ ਸੰਤੁਸ਼ਟ ਕਰਦਾ ਹੈ, ਉਸੇ ਤਰ੍ਹਾਂ ਸੰਤ ਗਿਆਨ ਤੇ ਭਗਤੀ ਦੀ ਕਿਰਪਾ ਕਰਕੇ ਲੋਕਾਂ ਦਾ ਮਨ ਸੰਤੁਸ਼ਟ, ਸ਼ੀਤਲ ਤੇ ਸ਼ਾਂਤ ਕਰਦੇ ਹਨ।
ਸੰਤ ਹਮੇਸ਼ਾ ਸੱਜਣ ਤੇ ਦੁਰਜਨ ਵਿੱਚ ਕੋਈ ਭੇਦਭਾਵ ਨਹੀਂ ਕਰਦੇ। ਉਹਨਾਂ ਲਈ ਕੋਈ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ। ਉਹ ਚੰਗੇ ਬੁਰੇ, ਭਗਤ ਅਭਗਤ ਸਾਰਿਆਂ ਪ੍ਰਤੀ ਕਰੁਣਾ ਦੀ ਭਾਵਨਾ ਰੱਖਦੇ ਹਨ। ਇੱਥੋਂ ਤੱਕ ਕਿ ਉਹ ਪਾਪੀ, ਮੂਰਖ, ਅਪਰਾਧੀ, ਕੁਕਰਮੀ ਆਦਿ ਲਈ ਜ਼ਿਆਦਾ ਫਿਕਰਮੰਦ ਹੁੰਦੇ ਹਨ। ਉਹ ਆਪਣੇ ਵਿਸ਼ੇਸ਼ ਯਤਨਾਂ ਨਾਲ ਉਹਨਾਂ ਨੂੰ ਸਹੀ ਰਾਹ ਦਿਖਾਉਂਦੇ ਹਨ, ਭਾਵੇਂ ਇਸ ਦੇ ਲਈ ਉਹਨਾਂ ਨੂੰ ਉਹਨਾਂ ਉੱਪਰ ਜ਼ਿਆਦਾ ਪਿਆਰ ਹੀ ਕਿਉਂ ਨਾ ਵਰਸਾਉਣਾ ਪਵੇ। ਮਿੱਟੀ ਨਾਲ ਲਿਬੜੇ ਗੰਦੇ ਕੱਪੜੇ ਗੋਦਾਵਰੀ ਦੇ ਪਾਣੀ ਨਾਲ ਸਾਫ਼ ਕੀਤੇ ਜਾਂਦੇ ਹਨ। ਜਦੋਂ ਕੱਪੜੇ ਸਾਫ਼ ਸੁਥਰੇ ਹੋ ਜਾਂਦੇ ਹਨ ਤਾਂ ਬਕਸੇ ਵਿੱਚ ਰੱਖਣ ਦੀ ਪਾਤਰਤਾ ਹਾਸਲ ਕਰ ਲੈਂਦੇ ਹਨ। ਗੋਦਾਵਰੀ ਦੇ ਤੱਟ ਤੇ ਗੋਦਾਵਰੀ ਦੀ ਜਲ ਧਾਰਾ ਪਾ ਕੇ ਸਾਫ਼ ਸੁਥਰੇ ਹੋਣ ਤੋਂ ਬਾਅਦ ਕੱਪੜਿਆਂ ਨੂੰ ਮੁੜ ਗੋਦਾਵਰੀ ਦੇ ਪਾਣੀ ਦੀ ਲੋੜ ਨਹੀਂ ਪੈਂਦੀ। ਉਹ ਕੱਪੜਾ ਜਿਹੜਾ ਇੱਕ ਵਾਰੀ ਗੋਦਾਵਰੀ ਦੇ ਤੱਟ ਤੇ ਆ ਜਾਂਦਾ ਹੈ, ਗੋਦਾਵਰੀ ਦੇ ਪਾਣੀ ਵਿੱਚ ਧੋਤਾ ਜਾਂਦਾ ਹੈ, ਧੂੜ ਮਿੱਟੀ ਸਾਫ਼ ਹੋਣ ਤੇ ਨਿਰਮਲ ਹੋ ਜਾਂਦਾ ਹੈ, ਫਿਰ ਉਹ ਬਕਸੇ ਵਿੱਚ ਜਗ੍ਹਾ ਪਾਉਣ ਦੀ ਯੋਗਤਾ ਹਾਸਲ ਕਰ ਲੈਂਦਾ ਹੈ। ਮਨੁੱਖ ਕੱਪੜਾ ਹੈ। ਮਨੁੱਖ ਦੇ 6 ਵਿਕਾਰ ਕੱਪੜੇ ਦੀ ਮੈਲ ਹੈ। ਗੋਦਾਵਰੀ ਦਾ ਤੱਟ ਨਿਸ਼ਠਾ ਹੈ। ਗੋਦਾਵਰੀ ਦੀ ਧਾਰਾ ਸਤਿਗੁਰੂ ਦੀ ਮਿਹਰ ਹੈ। ਬਕਸਾ ਮੁਕਤੀ ਹੈ। 6 ਵਿਕਾਰਾਂ ਨਾਲ ਮਨੁੱਖ ਕਿੰਨਾ ਹੀ ਮੈਲਾ ਕਿਉਂ ਨਾ ਹੋ ਜਾਵੇ, ਉਸ ਦੇ ਮਨ ਵਿੱਚ ਸਤਿਗੁਰੂ ਪ੍ਰਤੀ ਨਿਸ਼ਠਾ ਪੈਦਾ ਹੁੰਦੇ ਹੀ ਉਸ ਨੂੰ ਸਤਿਗੁਰੂ ਦੀ ਮਿਹਰ ਦੀ ਪਵਿੱਤਰ ਧਾਰਾ ਮਿਲਣੀ ਸ਼ੁਰੂ ਹੋ ਜਾਂਦੀ ਹੈ। ਪਵਿੱਤਰ ਧਾਰਾ ਉਸ ਦੇ ਸਾਰੇ ਵਿਕਾਰ ਧੋ ਕੇ ਉਸ ਨੂੰ ਪਵਿੱਤਰ ਕਰ ਦਿੰਦੀ ਹੈ ਅਤੇ ਉਸ ਨੂੰ ਮੁਕਤੀ ਦੇ ਦੁਆਰ ਦੇ ਬਕਸੇ ਤੱਕ ਪਹੁੰਚਾ ਦਿੰਦੀ ਹੈ। ਹੇ ਸਾਈਨਾਥ, ਤੁਹਾਡੇ ਚਰਨਾਂ ਦੇ ਦਰਸ਼ਨ ਕਰਨਾ ਗੋਦਾਵਰੀ ਵਿੱਚ ਇਸ਼ਨਾਨ ਕਰਨ ਦੇ ਸਮਾਨ ਹੈ। ਇੱਕ ਵਾਰੀ ਚਰਨਾਂ ਦੇ ਦਰਸ਼ਨ ਕਰਕੇ ਹੀ ਆਦਮੀ ਦੇ ਮਨ ਦੇ ਵਿਕਾਰ ਦੂਰ ਹੋਣ ਲੱਗਦੇ ਹਨ, ਸ਼ੁੱਧੀਕਰਨ ਹੋਣ ਲੱਗਦਾ ਹੈ। ਤੁਸੀਂ ਵਿਅਕਤੀ ਦੇ ਮਨ ਨੂੰ ਪੂਰੀ ਤਰ੍ਹਾਂ ਸ਼ੁੱਧ ਕਰਕੇ ਪਵਿੱਤਰ ਬਣਾਉਣ ਵਿੱਚ ਪੂਰੀ ਤਰ੍ਹਾਂ ਸਮਰੱਥ ਹੋ। ਹੇ ਸਾਈਨਾਥ, ਅਸੀਂ ਸਾਰੇ ਧਰਤੀ ਦੇ ਜੀਵ ਹਾਂ। ਦੁਨਿਆਵੀ ਯਾਤਰਾ ਦੌਰਾਨ ਕਈ ਮਨੋਵਿਕਾਰ ਸਾਨੂੰ ਘੇਰਦੇ ਹਨ ਅਤੇ ਉਹਨਾਂ ਦੀ ਮੋਟੀ ਪਰਤ ਸਾਡੇ ਮਨ ਤੇ ਚੜ੍ਹ ਜਾਂਦੀ ਹੈ। ਅਸੀਂ ਸਾਰੇ ਜੀਵ ਮਨੋਵਿਕਾਰਾਂ ਦੀ ਮੈਲ ਨਾਲ ਗੰਦੇ ਹਾਂ, ਅਪਵਿੱਤਰ ਹਾਂ। ਇਸ ਲਈ ਅਸੀਂ ਗੋਦਾਵਰੀ ਦੇ ਕਿਨਾਰੇ ਆਉਣ ਲਾਇਕ ਹਾਂ। ਤੁਸੀਂ ਆਪਣੀ ਜਲਧਾਰਾ ਨਾਲ ਸਾਡੇ ਪਾਪਾਂ ਤੇ ਦੋਸ਼ਾਂ ਨੂੰ ਧੋ ਦਿਓ ਅਤੇ ਸਾਨੂੰ ਪੂਰੀ ਤਰ੍ਹਾਂ ਪਵਿੱਤਰ ਕਰ ਦਿਓ। ਅਸੀਂ ਤੁਹਾਡੇ ਪਦ ਦਰਸ਼ਨ ਕਰਨ ਲਈ ਬਿਲਕੁਲ ਤਿਆਰ ਹਾਂ ਅਤੇ ਤੁਹਾਡੇ ਪਦ ਦਰਸ਼ਨ ਕਰਕੇ ਅਸੀਂ ਗੋਦਾਵਰੀ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਾਂ। ਗੋਦਾਵਰੀ ਦਾ ਪਾਣੀ ਬਹੁਤ ਜ਼ਿਆਦਾ ਹੈ। ਸ਼ੁੱਧੀਕਰਨ ਦੀ ਉਸ ਵਿੱਚ ਪੂਰੀ ਸਮਰੱਥਾ ਹੈ। ਮੈਂ ਆਪਣੇ ਮਨ ਦੇ ਵਿਕਾਰਾਂ ਦੀ ਮੈਲ ਇਸ ਵਿੱਚ ਇਸ਼ਨਾਨ ਕਰਕੇ ਧੋਣਾ ਚਾਹੁੰਦਾ ਹਾਂ, ਪਰੰਤੂ ਮੇਰੇ ਮਨ ਦੇ ਵਿਕਾਰ ਦੀ ਮੈਲ ਦੀ ਗਠੜੀ ਪੂਰੀ ਤਰ੍ਹਾਂ ਭਰੀ ਹੋਈ ਹੈ। ਇਹ ਬਹੁਤ ਹੀ ਭਾਰੀ ਹੈ। ਕਿਤੇ ਅਜਿਹਾ ਨਾ ਹੋਵੇ ਕਿ ਗੋਦਾਵਰੀ ਦਾ ਪਾਣੀ ਮੈਲ ਦੀ ਭਾਰੀ ਗਠੜੀ ਨੂੰ ਪੂਰੀ ਤਰ੍ਹਾਂ ਧੋਣ ਵਿੱਚ ਸਮਰੱਥ ਨਾ ਹੋਵੇ। ਜੇ ਅਜਿਹਾ ਹੋਇਆ ਤਾਂ ਗੋਦਾਵਰੀ ਦੇ ਪਵਿੱਤਰ ਜਲ ਦੀ ਮਹਿਮਾ ਘਟ ਜਾਵੇਗੀ, ਪਰੰਤੂ ਇਸ ਵਿੱਚ ਗੋਦਾਵਰੀ ਦੇ ਪਵਿੱਤਰ ਜਲ ਦੀ ਸਮਰੱਥਾ ਦੀ ਘਾਟ ਦਾ ਕੀ ਦੋਸ਼? ਸਾਰਾ ਦੋਸ਼ ਤਾਂ ਮੇਰੀ ਭਾਰੀ ਗਠੜੀ ਦਾ ਹੈ। ਫਿਰ ਵੀ ਇੰਨਾ ਭਰੋਸਾ ਜ਼ਰੂਰ ਹੈ ਕਿ ਮੇਰੇ ਮਨ ਦੇ ਵਿਕਾਰਾਂ ਦੀ ਗਠੜੀ ਭਾਵੇਂ ਕਿੰਨੀ ਹੀ ਭਾਰੀ ਕਿਉਂ ਨਾ ਹੋਵੇ, ਉਹ ਗੋਦਾਵਰੀ ਦੇ ਪਾਣੀ ਵਿੱਚ ਜ਼ਰੂਰ ਧੁਲੇਗੀ ਅਤੇ ਪੂਰੀ ਤਰ੍ਹਾਂ ਨਿਰਮਲ ਹੋਵੇਗੀ, ਕਿਉਂਕਿ ਗੋਦਾਵਰੀ ਦਾ ਪਵਿੱਤਰ ਪਾਣੀ ਖੁਦ ਸਤਿਗੁਰੂ ਸ਼੍ਰੀ ਸਾਈਂ ਹਨ। ਹੇ ਸਾਈਨਾਥ, ਤੁਸੀਂ ਵਿਸ਼ਾਲ ਸੰਘਣੇ ਦਰਖਤ ਦੀ ਠੰਡੀ ਛਾਂ ਹੋ। ਅਸੀਂ ਰਾਹ ਤੇ ਚੱਲਦੇ ਰਾਹੀ ਹਾਂ।
ਦਿਨ ਦੀ ਤੇਜ਼ ਧੁੱਪ ਤੇ ਦੁਪਹਿਰ ਦੀ ਭਿਆਨਕ ਗਰਮੀ ਸਾਨੂੰ ਝੁਲਸਾ ਰਹੀ ਹੈ। ਦੁਨਿਆਵੀ ਜੀਵਨ ਦੀ ਰਾਹ ਤੇ ਅਸੀਂ ਚੱਲ ਰਹੇ ਹਾਂ, ਪਰੰਤੂ ਦੈਹਿਕ, ਦੈਵਿਕ ਤੇ ਭੌਤਿਕ ਆਦਿ ਤਿੰਨੇ ਪੱਖ ਦੇ ਤਾਪ ਸਾਡੇ ਉੱਪਰ ਵੱਡਾ ਹਮਲਾ ਕਰ ਰਹੇ ਹਨ। ਸੰਘਣੇ ਦਰਖਤ ਦੀ ਛਾਂ ਠੰਡਕ ਦਿੰਦੀ ਹੈ। ਗਰਮੀ ਨਾਲ ਝੁਲਸਦਾ ਆਦਮੀ ਤਾਪ ਤੋਂ ਬਚਣ ਲਈ ਉਸ ਦੇ ਹੇਠਾਂ ਬੈਠਦਾ ਹੈ। ਇਹ ਸਾਈਨਾਥ, ਦੇਹਿਕ, ਦੈਵਿਕ ਅਤੇ ਭੌਤਿਕ ਤਾਪਾਂ ਦੀ ਲਾਟ ਸਾਨੂੰ ਸਾੜ ਰਹੀ ਹੈ। ਇਸ ਤੋਂ ਬਾਹਰ ਆਉਣ ਲਈ ਅਸੀਂ ਤੁਹਾਡੀ ਠੰਡੀ ਛਾਂ ਦੀ ਸ਼ਰਨ ਵਿੱਚ ਆਏ ਹਾਂ। ਤੁਸੀਂ ਸਾਨੂੰ ਆਪਣੀ ਕਿਰਪਾ ਦੀ ਠੰਡੀ ਛਾਂ ਦਿਓ ਅਤੇ ਤਿੰਨ ਪਾਸਿਓਂ ਆ ਰਹੀ ਤਾਪਾਂ ਦੀ ਗੰਭੀਰ ਵਿਪਤਾ ਤੋਂ ਬਚਾਓ। ਦੁਨੀਆ ਵਿੱਚ ਤੁਹਾਡੇ ਰਹਿਮ ਦੀ ਪ੍ਰਸਿੱਧੀ ਹੈ। ਤੁਸੀਂ ਆਪਣੇ ਰਹਿਮ ਦੀ ਠੰਡੀ ਛਾਂ ਸਾਡੇ ਉੱਪਰ ਕਰੋ। ਉਹ ਦਰਖਤ ਬੇਕਾਰ ਹੈ ਜਿਸ ਦੀ ਛਾਂ ਨਹੀਂ ਹੈ। ਉਹ ਦਰਖਤ ਬੇਕਾਰ ਹੈ ਜਿਹੜਾ ਭਿਆਨਕ ਗਰਮੀ ਵਿੱਚ ਤਪਦੇ ਰਾਹੀ ਨੂੰ ਰਾਹਤ ਨਹੀਂ ਦਿੰਦਾ। ਉਹ ਦਰਖਤ ਬੇਕਾਰ ਹੈ ਜਿਹੜਾ ਸ਼ਰਨ ਵਿੱਚ ਆਏ ਆਦਮੀ ਦੀ ਤਾਪ ਤੋਂ ਰੱਖਿਆ ਨਹੀਂ ਕਰ ਸਕਦਾ। ਭਾਵੇਂ ਅਸੀਂ ਉਸ ਨੂੰ ਦਰਖਤ ਕਹੀਏ, ਪਰੰਤੂ ਉਹ ਛਾਂਦਾਰ ਕਦੀ ਨਹੀਂ ਅਖਵਾ ਸਕਦਾ। ਹੇ ਸਾਈਨਾਥ, ਤੁਸੀਂ ਤਾਂ ਛਾਂਦਾਰ ਹੋ। ਤੁਹਾਡੀ ਕਿਰਪਾ ਤੇ ਰਹਿਮ ਹੀ ਠੰਡੀ ਛਾਂ ਹੈ। ਇਸ ਲਈ ਤੁਸੀਂ ਪੱਖ ਦੇ ਤਿੰਨਾਂ ਤਾਪਾਂ ਤੋਂ ਸਾਨੂੰ ਬਚਾਓ, ਸਾਡੀ ਰੱਖਿਆ ਕਰੋ। ਹੇ ਸਾਈਨਾਥ, ਦੇਵ ਵੀ ਜਿਸ ਦਾ ਵਰਣਨ ਕਰਦੇ ਕਰਦੇ ਥੱਕ ਗਏ। ਅਖੀਰ ਵਿੱਚ ਉਹਨਾਂ ਨੂੰ ਨੇਤੀ ਕਹਿਣਾ ਪਿਆ। ਆਪਣੀ ਅਸਮਰਥਤਾ ਪ੍ਰਗਟਾਉਂਦਿਆਂ ਉਹਨਾਂ ਨੂੰ ਇਹ ਮੰਨਣਾ ਪਿਆ ਕਿ ਈਸ਼ਵਰ ਦਾ ਗੁਣਗਾਨ ਇੰਨਾ ਹੀ ਨਹੀਂ ਹੈ, ਅਜੇ ਹੋਰ ਵੀ ਹੈ ਅਤੇ ਉਸ ਨੂੰ ਪੂਰੀ ਤਰ੍ਹਾਂ ਪ੍ਰਗਟਾ ਸਕਣਾ ਸੰਭਵ ਨਹੀਂ ਹੈ। ਉਹੀ ਈਸ਼ਵਰ ਤੁਸੀਂ ਹੋ। ਤੁਸੀਂ ਤੁਰਦੇ ਫਿਰਦੇ ਬ੍ਰਹਮਾ ਹੋ ਅਤੇ ਤੁਹਾਡੇ ਵਰਗਾ ਹੋਰ ਕੋਈ ਦੂਜਾ ਬ੍ਰਹਮਾ ਨਹੀਂ ਹੈ। ਤੁਸੀਂ ਸਗੁਣ ਸਰੂਪ ਧਾਰਨ ਕਰਕੇ ਇਸ ਧਰਤੀ ਤੇ ਅਵਤਾਰ ਧਾਰਿਆ ਹੈ। ਅਕਸਰ ਸੰਤ ਮਹਾਤਮਾ ਈਸ਼ਵਰ ਦੇ ਰੂਪ ਸਰੂਪ ਤੇ ਕਾਰਜਾਂ ਦਾ ਵਰਣਨ ਕਰਦੇ ਹਨ, ਪਰੰਤੂ ਤੁਹਾਡੇ ਰੂਪ ਸਰੂਪ ਤੇ ਕਾਰਜਾਂ ਦੇ ਵਰਣਨ ਵਿੱਚ ਉਹ ਵੀ ਥੱਕ ਜਾਂਦੇ ਹਨ। ਸੰਪੂਰਨ ਵਰਣਨ ਉਹ ਵੀ ਨਹੀਂ ਕਰ ਪਾਉਂਦੇ ਅਤੇ ਆਪਣੀ ਅਸਮਰਥਤਾ ਕਾਰਨ ਸ਼ਰਮ ਅਤੇ ਝਿਜਕ ਮਹਿਸੂਸ ਕਰਦੇ ਹਨ। ਹੇ ਸਾਈਨਾਥ, ਤੁਸੀਂ ਸਤਿਗੁਰੂ ਹੋ, ਸੰਤ ਸ਼ਿਰੋਮਣੀ ਹੋ। ਤੁਹਾਡੇ ਮਹੱਤਵ ਦਾ ਵਰਣਨ ਕਰ ਸਕਣਾ ਸ਼ਬਦਾਂ ਦੀ ਸ਼ਕਤੀ ਤੋਂ ਪਰੇ ਹੈ। ਤੁਸੀਂ ਨਦੀ ਦੀ ਪਵਿੱਤਰ ਧਾਰਾ ਹੋ ਜਿਹੜੀ ਜਗਤ ਦੇ ਜੀਵਨ ਨੂੰ ਲਗਾਤਾਰ ਨਿਰਮਲ ਕਰ ਰਹੀ ਹੈ। ਤੁਸੀਂ ਈਸ਼ਵਰ ਦੇ ਪ੍ਰਤੀਨਿਧੀ ਹੋ। ਤੁਸੀਂ ਈਸ਼ਵਰ ਨੂੰ ਮਹਿਸੂਸ ਕਰਵਾਉਣ ਅਤੇ ਉਹਨਾਂ ਦੇ ਦਰਸ਼ਨ ਕਰਵਾਉਣ ਵਿੱਚ ਪੂਰੀ ਤਰ੍ਹਾਂ ਸਮਰੱਥ ਹੋ। ਇਹੀ ਕਾਰਨ ਹੈ ਕਿ ਤੁਸੀਂ ਸਚਿਦਾਨੰਦ ਸਰੂਪ ਹੋ। ਸ਼ਿਰਡੀ ਨੂੰ ਆਪਣਾ ਵਿਸ਼ਰਾਮ ਧਾਮ ਬਣਾਉਣ ਵਾਲੇ ਇਹ ਸਤਿਗੁਰੂ ਸਾਈਨਾਥ, ਮੈਂ ਇਸ ਤੋਂ ਜ਼ਿਆਦਾ ਤੁਹਾਡੇ ਬਾਰੇ ਹੋਰ ਕੀ ਕਹਾਂ। ਮੈਂ ਤਾਂ ਸਿਰਫ ਇੰਨਾ ਹੀ ਕਹਿ ਸਕਦਾ ਹਾਂ ਕਿ ਤੁਸੀਂ ਹੀ ਸਾਡੀ ਮਾਤਾ ਹੋ ਅਤੇ ਤੁਸੀਂ ਹੀ ਸਾਡੇ ਪਿਤਾ ਹੋ। ਹੇ ਸਾਈਨਾਥ, ਤੁਹਾਡੀਆਂ ਲੀਲਾਵਾਂ ਅਨੰਤ ਹਨ, ਵਰਣਨ ਯੋਗ ਹਨ। ਇਹਨਾਂ ਦਾ ਕੋਈ ਆਰ ਪਾਰ ਨਹੀਂ। ਜੀਭ ਵੀ ਵਰਣਨ ਕਰਦੇ ਕਰਦੇ ਥੱਕ ਜਾਂਦੀ ਹੈ। ਇਸ ਲਈ ਇਹਨਾਂ ਨੂੰ ਲਿਖਦੇ ਸਮੇਂ ਮੈਂ ਤੁਹਾਡੀ ਲੀਲਾ ਨਾਲ ਇਨਸਾਫ ਕਿਵੇਂ ਕਰ ਸਕਾਂਗਾ, ਇਹਨਾਂ ਨੂੰ ਪੂਰੀ ਤਰ੍ਹਾਂ ਕਿਵੇਂ ਲਿਖ ਸਕਾਂਗਾ। ਤੁਹਾਡੀ ਲੀਲਾ ਦੀ ਜਿਹੜੀ ਵਿਸ਼ਾਲ ਸ਼ੋਭਾ ਹੈ, ਉਸ ਨੂੰ ਬਾਣੀ ਤੇ ਸ਼ਬਦਾਂ ਵਿੱਚ ਪ੍ਰਗਟ ਕਰਨਾ ਅਸੰਭਵ ਹੈ। ਦੀਨਹੀਨ, ਪਾਪ ਤਾਪ ਤੋਂ ਪੀੜਿਤ, ਅਸਮਰਥ, ਬੇਸਹਾਰਾ ਲੋਕਾਂ ਦੇ ਉਧਾਰ ਲਈ ਤੁਸੀਂ ਸ਼ਿਰਡੀ ਵਿੱਚ ਅਵਤਾਰ ਧਾਰਿਆ। ਤੁਸੀਂ
ਮਿੱਟੀ ਦੇ ਦੀਵਿਆਂ ਵਿੱਚ ਪਾਣੀ ਪਾਇਆ ਅਤੇ ਉਹਨਾਂ ਨੂੰ ਰੌਸ਼ਨ ਕੀਤਾ। हे ਸਾਈਨਾਥ, ਇਹ ਤੁਹਾਡੀ ਰੱਬੀ ਮਹਿਮਾ ਹੈ, ਜਿਸ ਕਾਰਨ ਮਿੱਟੀ ਦੇ ਦੀਵੇ ਤੁਹਾਡੇ ਹੱਥਾਂ ਨਾਲ ਪਾਣੀ ਨਾਲ ਵੀ ਰੌਸ਼ਨ ਹੋ ਗਏ। ਫਿਰ ਭਲਾ ਦੀਨਹੀਨ, ਪਾਪ ਤਾਪ ਤੋਂ ਪੀੜਤ, ਅਸਮਰਥ, ਬੇਸਹਾਰਾ ਲੋਕਾਂ ਦਾ ਕਲਿਆਣ ਕਿਉਂ ਨਹੀਂ ਹੋ ਸਕਦਾ? ਜ਼ਰੂਰ ਹੋਵੇਗਾ, ਯਕੀਨੀ ਤੌਰ ਤੇ ਹੋਵੇਗਾ। 1.25 ਹੱਥ ਲੰਬੀ ਅਤੇ 1 ਹੱਥ ਜਿੰਨੀ ਚੌੜੀ ਲੱਕੜੀ ਦੀ ਤਖਤੀ ਨੂੰ ਛੱਤ ਦੀਆਂ ਕੜੀਆਂ ਵਿੱਚ ਪਤਲੀਆਂ ਲੀਰਾਂ ਦੇ ਸਹਾਰੇ ਲਟਕਾ ਕੇ ਉਸ ਉੱਪਰ ਤੁਸੀਂ ਸੁੱਤੇ। ਅਜਿਹਾ ਸਿਰਫ ਯੋਗ ਸਿੱਧ ਹੀ ਕਰ ਸਕਦਾ ਹੈ। हे ਸਾਈਨਾਥ, ਤੁਸੀਂ ਯੋਗੀ ਹੋ, ਰਿੱਧੀ ਸਿੱਧੀ ਦੇ ਸੁਆਮੀ ਹੋ। ਤੁਸੀਂ ਆਪਣੇ ਆਪ ਨੂੰ ਕਦੀ ਵੀ ਭਾਰ ਰਹਿਤ ਕਰ ਸਕਦੇ ਹੋ। ਤਖਤੀ ਤੇ ਸੋਣਾ ਇਸ ਦਾ ਸਬੂਤ ਹੈ। ਇਹ ਤੁਹਾਡੀ ਰੱਬੀ ਮਿਹਰ ਹੈ। ਤੁਹਾਡੇ ਭਗਤਾਂ ਨੇ ਤੁਹਾਡੀ ਇਹ ਸ਼ੋਭਾ ਆਪਣੀਆਂ ਅੱਖਾਂ ਨਾਲ ਦੇਖੀ ਹੈ। ਤੁਸੀਂ ਬਾਂਝ ਔਰਤਾਂ ਨੂੰ ਔਲਾਦ ਦੇ ਕੇ ਉਹਨਾਂ ਦੀ ਗੋਦ ਭਰੀ। ਤੁਸੀਂ ਅਨੇਕਾਂ ਗੰਭੀਰ ਰੋਗੀਆਂ ਦੇ ਰੋਗ ਤੇ ਕਸ਼ਟ ਹਰੇ। ਤੁਹਾਡੇ ਹੱਥਾਂ ਵਿੱਚ ਸਾਰੇ ਪਾਪ ਤਾਪ ਹਰਨ ਦੀ ਇੱਕ ਖਾਸ ਜੜੀ ਹੈ, ਉਹ ਹੈ ਉਦੀ। हे ਸਾਈਨਾਥ, ਈਸ਼ਵਰ ਦੀ ਮਿਹਰ ਨਾਲ ਹੀ ਮੁਕਤੀ ਮਿਲ ਜਾਂਦੀ ਹੈ। ਤੁਹਾਡੀ ਇਹ ਰੱਬੀ ਸ਼ੋਭਾ ਹੈ। ਤੁਹਾਡੇ ਹੱਥੋਂ ਮਿਲੀ ਉਦੀ ਨਾਲ ਜਨ ਜਨ ਦੀ ਮੁਕਤੀ ਹੁੰਦੀ ਹੈ। ਦੁੱਖ ਵੀ ਸੁੱਖ ਵਿੱਚ ਬਦਲ ਜਾਂਦਾ ਹੈ, ਕਿਉਂਕਿ ਉਦੀ ਤੇ ਤੁਹਾਡੀ ਪੂਰੀ ਮਿਹਰ ਹੈ। ਸਾਰਿਆਂ ਲੋਕਾਂ ਦੇ ਸੰਕਟ ਤੁਸੀਂ ਆਪ ਦੂਰ ਕਰਦੇ ਹੋ। ਤੁਹਾਡੇ ਲਈ ਕੁਝ ਵੀ ਅਸੰਭਵ ਨਹੀਂ। ਕਈ ਵਾਰ ਤਾਂ ਤੁਸੀਂ ਦੂਜਿਆਂ ਦੀਆਂ ਮੁਸੀਬਤਾਂ ਆਪਣੇ ਉੱਤੇ ਲੈ ਲੈਂਦੇ ਹੋ। ਤੁਸੀਂ ਗਜਪਤੀ ਹੋ। ਲੱਖਾਂ ਕੀੜੀਆਂ ਦਾ ਭਾਰ ਵੀ ਤੁਹਾਡੇ ਲਈ ਕੋਈ ਭਾਰ ਨਹੀਂ। हे ਸਾਈਨਾਥ, ਈਸ਼ਵਰ ਸਾਰੇ ਜੀਵਾਂ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ। ਇੰਨਾ ਵੱਡਾ ਕੰਮ ਵੀ ਉਸ ਸਰਵ ਸ਼ਕਤੀਮਾਨ ਲਈ ਆਸਾਨ ਤੇ ਸਹਿਜ ਹੈ। ਤੁਹਾਡੀ ਇਹ ਰੱਬੀ ਸ਼ੋਭਾ ਹੈ ਕਿ ਤੁਸੀਂ ਲੱਖਾਂ ਕਰੋੜਾਂ ਲੋਕਾਂ ਦੀ ਰਹਿਮ ਭਰੀ ਪੁਕਾਰ ਸੁਣਦੇ ਹੋ ਅਤੇ ਤੁਰੰਤ ਉਹਨਾਂ ਦੇ ਕਲਿਆਣ ਲਈ ਸਰਗਰਮ ਹੋ ਜਾਂਦੇ ਹੋ। ਤੁਹਾਡੇ ਲਈ ਇੰਨਾ ਵਿਸ਼ਾਲ ਕਾਰਜ ਵੀ ਆਸਾਨ ਤੇ ਸਹਿਜ ਹੈ। ਤੁਹਾਡੀ ਸ਼ਰਨ ਵਿੱਚ ਆਉਂਦਿਆਂ ਹੀ ਦੀਨ ਲੋਕਾਂ ਤੇ ਤੁਸੀਂ ਦਇਆ ਦਿਖਾਉਂਦੇ ਹੋ। ਤੁਹਾਡੇ ਦੁਆਰੇ ਆਉਣ ਵਾਲਾ ਕਦੀ ਖਾਲੀ ਹੱਥ ਨਹੀਂ ਜਾਂਦਾ। ਮੈਂ ਤੁਹਾਡੇ ਚਰਨਾਂ ਵਿੱਚ ਸਮਰਪਿਤ ਹੋ ਗਿਆ ਹਾਂ। ਤੁਸੀਂ ਮੈਨੂੰ ਕਦੀ ਨਾ ਠੁਕਰਾਇਓ। ਆਪਣੇ ਦਰ ਤੋਂ ਕਦੀ ਖਾਲੀ ਹੱਥ ਨਾ ਭੇਜਿਓ। ਈਸ਼ਵਰ ਦੀ ਇਹ ਸ਼ੋਭਾ ਹੈ ਕਿ ਉਹ ਹਰ ਪ੍ਰਾਣੀ ਨੂੰ ਕੁਝ ਨਾ ਕੁਝ ਥੋੜਾ ਬਹੁਤ ਦਿੰਦਾ ਹੀ ਹੈ। हे ਸਾਈਨਾਥ, ਤੁਹਾਡੀ ਇਹ ਸ਼ੋਭਾ ਹੈ ਕਿ ਤੁਸੀਂ ਸਾਰਿਆਂ ਦੀ ਇੱਛਾ ਪੂਰੀ ਕਰਦੇ ਹੋ, ਸਾਰਿਆਂ ਦੀ ਝੋਲੀ ਭਰਦੇ ਹੋ। ਲੋਕਾਂ ਨੂੰ ਖੁੱਲੇ ਮਨ ਨਾਲ ਆਪਣੇ ਖਜ਼ਾਨੇ ਵਿੱਚੋਂ ਕੁਝ ਨਾ ਕੁਝ ਦਿੰਦੇ ਹੋ। ਤੁਸੀਂ ਰਾਜਿਆਂ ਦੇ ਰਾਜੇ ਭਾਵ ਰਾਜਾਧਿਰਾਜ ਹੋ। ਤੁਸੀਂ ਕੁਬੇਰਾਂ ਦੇ ਕੁਬੇਰ ਹੋ। ਦੋਹਾਂ ਹੱਥਾਂ ਨਾਲ ਖਜ਼ਾਨਾ ਲੁਟਾਉਣ ਤੇ ਵੀ ਤੁਹਾਡੇ ਖਜ਼ਾਨੇ ਦਾ ਭੰਡਾਰ ਕਦੀ ਖਾਲੀ ਨਹੀਂ ਹੁੰਦਾ, ਜਿਉਂ ਦਾ ਤਿਉਂ ਭਰਿਆ ਹੀ ਰਹਿੰਦਾ ਹੈ। ਤੁਸੀਂ ਵੈਦਾਂ ਦੇ ਵੈਦ ਹੋ, ਵੈਦ ਰਾਜ ਹੋ। ਤਿੰਨਾਂ ਤਰ੍ਹਾਂ ਦੇ ਤਾਪ ਦੂਰ ਕਰ ਦਿੰਦੇ ਹੋ। हे ਸਾਈਨਾਥ, ਇਹ ਤਾਂ ਈਸ਼ਵਰ ਦੀ ਸ਼ੋਭਾ ਹੈ ਕਿ ਉਹ ਸਰਵ ਸ਼ਕਤੀਮਾਨ, ਆਧਾਰ ਤੇ ਮੁਕਤੀ ਦੇਣ ਵਾਲਾ ਹੁੰਦਾ ਹੈ। ਤੁਹਾਡੇ ਵਿੱਚ ਵੀ ਅਜਿਹੀ ਸ਼ੋਭਾ ਹੈ। ਇਸ ਲਈ ਤੁਹਾਡੇ ਵਰਗਾ ਸ਼੍ਰੇਸ਼ਟ ਹੋਰ ਕੋਈ ਨਹੀਂ ਹੋ ਸਕਦਾ। ਤੁਸੀਂ ਸਭ ਤੋਂ ਉੱਤਮ ਹੋ। श्री साईं सद्गुरु साईनाथार्पणमस्तु। शुभम भवतु। साईं कोश कुबेर के कृपा के भंडार, साईं प्रभुता के प्रभु
दीनख दातार। जैसा वैभव ईश का वैसे साईं नाथ